वेलकम व्यूअर्स। मेरा नाम मामून रशीद। मैं रीसेंट टाइम वास्ते ਅੱਜ ਫੇਰ ਹਾਜ਼ਰ ਹਾਂ ਤੁਹਾਡੇ ਵਾਸਤੇ ਔਰ ਅੱਜ ਦੀ ਡੇਟ ਦੇ ਵਿੱਚ ਆਪਾਂ ਗੱਲ ਕਰਾਂਗੇ ਵੀਟ ਐਲਰਜੀ ਦੇ ਬਾਰੇ ਔਰ ਇਹ ਇਨਫੋਰਮੇਸ਼ਨ ਜਿਨ੍ਹਾਂ ਤੋਂ ਲੈ ਰਹੇ ਹਾਂ ਇਹ ਡਾਕਟਰ ਵਿਕਾਸ ਗੁਪਤਾ ਜੋ ਆਪਣਾ ਕਲੀਨਿਕ ਚਲਾਉਂਦੇ ਮਲੇਰਕੋਟਲਾ ਦੇ ਵਿੱਚ ਐਕਸਪਰਟ ਹੈ। ਅਸੀਂ ਜਾਣਦੇ ਹਾਂ ਇਹਦੇ ਸਿੰਪਟਮਸ, ਵੀਟ ਐਲਰਜੀ ਦਾ ਕਿਉਰ ਔਰ ਵੀਟ ਐਲਰਜੀ ਦਾ ਆਪਾਂ ਕਹਿ ਰਹੀਏ ਕਿ ਕਿਵੇਂ ਆਪਾਂ ਪ੍ਰੀਕਾਸ਼ਨਸ ਲੈ ਸਕਦੇ ਹਾਂ, ਕਿਵੇਂ ਆਪਣੇ ਆਪ ਨੂੰ ਇਸ ਐਲਰਜੀ ਤੋਂ ਬਚਾ ਸਕਦੇ ਹਾਂ। ਆਓ ਗੱਲਬਾਤ ਕਰਦੇ ਹਾਂ ਆਪਾਂ ਡਾਕਟਰ ਵਿਕਾਸ ਗੁਪਤਾ ਦੇ ਨਾਲ। ਡਾਕਟਰ ਸਾਹਿਬ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ। थैंक यू वेरी मच मामून जी। सारे व्यूअर्स ਨੂੰ ਮੇਰਾ ਪਿਆਰ ਭਰਾ ਨਮਸਕਾਰ, ਆਦਾਬ। ਡਾਕਟਰ ਸਾਹਿਬ ਥੋੜਾ ਜਿਹਾ ਦੱਸੋ ਇਸ ਐਲਰਜੀ ਦੇ ਬਾਰੇ, ਲੋਕਾਂ ਨੂੰ ਅਸੀਂ ਜਾਣਕਾਰੀ ਇੱਕ ਵਧੀਆ ਜਾਣਕਾਰੀ ਦੇਣਾ ਚਾਹੁੰਦੇ ਹਾਂ ਇਸ ਐਲਰਜੀ ਦੇ ਬਾਰੇ। ਵੀਟ ਐਲਰਜੀ ਬੜੀ ਕਾਮਨ ਹੈ ਅੱਜਕੱਲ, ਬਹੁਤ ਜ਼ਿਆਦਾ ਕਾਮਨ ਹੈ ਵੀਟ ਐਲਰਜੀ। ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਵੀਟ ਐਲਰਜੀ ਨੂੰ ਆਪਾਂ ਕਾਮਨ ਭਾਸ਼ਾ ਦੇ ਵਿੱਚ ਆਪਣੀ ਲੋਕਲ ਲੈਂਗੁਏਜ ਦੇ ਵਿੱਚ ਕਣਕ ਤੋਂ ਐਲਰਜੀ ਕਹਿੰਦੇ ਆ। ਤੇ ਕਣਕ ਦੀ ਐਲਰਜੀ ਇੱਕ ਐਸੀ ਬਿਮਾਰੀ ਇਹ ਸਟਾਰਟ ਹੋ ਗਈ ਜਿਹੜਾ ਕਿ ਜਿਸ ਤੋਂ ਲੋਕ ਇਸ ਕਰਕੇ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਇਹ ਰੂਟੀਨ ਦੇ ਵਿੱਚ ਸਾਡੇ ਰੋਜ਼ਾਨਾ ਦੇ ਖਾਣੇ ਦੀ ਚੀਜ਼ ਹੈ। ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਤੋਂ ਐਲਰਜੀ ਬੰਦੇ ਨੂੰ ਹੁੰਦੀ ਹੈ, ਜਿਵੇਂ ਕਿਸੇ ਟਮਾਟਰ ਤੋਂ ਕਿਸੇ ਨੂੰ ਐਲਰਜੀ ਹੋ ਗਈ, ਕਿਸੇ ਨੂੰ ਪਾਲਕ ਤੋਂ ਐਲਰਜੀ ਹੋ ਗਈ, ਉਹਨਾਂ ਚੀਜ਼ਾਂ ਨੂੰ ਛੱਡਿਆ ਜਾ ਸਕਦਾ ਹੈ। ਲੇਕਿਨ ਵੀਟ ਜਾਂ ਕਣਕ ਇੱਕ ਐਸੀ ਚੀਜ਼ ਹੈ ਜਿਹਨੂੰ ਛੱਡਣਾ ਇੱਕ ਬਹੁਤ ਬੜਾ ਸਾਡੇ ਜੀਵਨ ਦਾ ਬਹੁਤ ਬੜੀ ਚੇਂਜ ਹੈ, ਬਹੁਤ ਬੜੀ ਚੇਂਜ ਹੈ ਜਿਹਦੇ ਨਾਲ ਕਿ ਕਾਫੀ ਚੇਂਜਸ ਆਉਂਦੀਆਂ ਨੇ ਲਾਈਫ ਦੇ ਵਿੱਚ ਇਨਸਾਨ ਦੇ। ਤਾਂ ਇਹ ਇੱਕ ਪ੍ਰੋਬਲਮੈਟਿਕ ਚੀਜ਼ ਹੈ ਔਰ ਇਹਦੇ ਸਿੰਪਟਮਸ ਵੀ ਕਾਫੀ ਸੀਵੀਅਰ ਵੀ ਹੁੰਦੇ ਨੇ, ਮਾਈਲਡ ਤੋਂ ਸੀਵੀਅਰ ਤੱਕ ਕਾਫੀ ਸਿੰਪਟਮਸ ਹੁੰਦੇ ਨੇ। ਤੇ ਇਹਦੀ ਤਾਦਾਦ ਪੇਸ਼ੈਂਟਸ ਦੀ ਕਾਫੀ ਜ਼ਿਆਦਾ ਵੱਧ ਰਹੀ ਹੈ ਇਸ ਚੀਜ਼ ਦੀ ਡੇ ਬਾਈ ਡੇ। ਇਹਦੇ ਰੀਜ਼ਨਸ ਇਹਦੇ ਪਿੱਛੇ देयर आर सो मैनी ਰੀਜ਼ਨਸ ਜਿਹਦੇ ਵਿੱਚੋਂ ਕਿ ਇੱਥੋਂ ਤੱਕ ਕੀ ਕਿਹਾ ਜਾਂਦਾ ਜਿਹੜੀ ਜੈਨੇਟਿਕ ਮਿਊਟੇਸ਼ਨ ਅੱਜਕੱਲ ਫਸਲਾਂ ਦੀ ਕੀਤੀ ਜਾਂਦੀ ਹੈ ਉਹਨੂੰ ਵੀ ਇੱਕ ਰੀਜ਼ਨ ਦੱਸਿਆ ਜਾਂਦਾ ਹੈ। ਜਿਹੜੀ ਸਪਰੇਅ ਜ਼ਿਆਦਾ ਯੂਜ਼ ਹੋ ਰਹੇ, ਕੈਮੀਕਲਸ ਜ਼ਿਆਦਾ ਯੂਜ਼ ਹੋ ਰਹੇ ਇਹ ਵੀ ਇੱਕ ਸ਼ਾਇਦ ਉਹਨਾਂ ਚੋਂ ਇੱਕ ਕਾਰਨ ਹੋ ਸਕਦਾ ਹੈ। ਬਾਕੀ ਹਿਊਮਨ ਚੇਂਜਸ ਹੋਰ ਬਹੁਤ ਸਾਰੀਆਂ ਨੇ, ਉਹ ਵੀ ਰੀਜ਼ਨਸ ਨੇ। ਹਿਊਮਨ ਸਟ੍ਰੈਸ ਹੈ ਜਿਹੜਾ ਉਹ ਵੀ ਬਹੁਤ, ਮਤਲਬ देयर आर सो मैनी ਰੀਜ਼ਨਸ। ਕੋਈ ਪੱਕਾ ਰੀਜ਼ਨ ਨਹੀਂ ਇਹਦੇ ਵਿੱਚ ਆਪਾਂ ਕਹਿ ਸਕਦੇ ਵੀ ਇਹਦੇ ਪਿੱਛੇ ਇਹੀ ਕਾਰਨ ਹੈ ਇਨਸਾਨ ਦੇ ਵਿੱਚ। ਲੇਕਿਨ ਇਹ ਇੰਨਾ ਪੱਕਾ ਜ਼ਰੂਰ ਹੈ ਕਿ ਬਹੁਤ ਸਾਰੀ ਚੇਂਜਸ ਇਹਦੇ ਕਰਕੇ ਆ ਰਹੀਆਂ ਨੇ ਸਰੀਰ ਦੇ ਵਿੱਚ। ਤੇ ਡਾਕਟਰ ਸਾਹਿਬ ਜਦੋਂ ਮਤਲਬ ਲੋਕਾਂ ਨੂੰ ਪਤਾ ਲੱਗਦਾ ਕਿਵੇਂ ਮਤਲਬ ਲੋਕ ਮਹਿਸੂਸ ਕਰਦੇ ਨੇ ਸਾਨੂੰ ਇਹ ਚੀਜ਼ ਹੈ, ਕੀ ਕੋਈ ਸਿੰਪਟਮ ਹੁੰਦਾ ਹੈ? ਹਾਂਜੀ, ਵੀਟ ਐਲਰਜੀ ਦੇ ਪੇਸ਼ੈਂਟ ਜ਼ਿਆਦਾਤਰ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੂੰਗਾ ਵੀ ਵੀਟ ਐਲਰਜੀ ਹੈ ਜ਼ਿਆਦਾਤਰ ਬਚਪਨ ਤੋਂ ਹੁੰਦੀ ਹੈ, ਇਨਬੋਰਨ ਹੁੰਦੀ ਹੈ, ਪੈਦਾਇਸ਼ੀ ਹੁੰਦੀ ਹੈ ਜ਼ਿਆਦਾਤਰ। ਬਹੁਤ ਲੋਕ ਪੇਸ਼ੈਂਟ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ 10 ਸਾਲ ਦੀ ਉਮਰ ਦੇ ਵਿੱਚ ਆ ਜਾਂਦੇ ਨੇ ਸਾਡੇ ਕੋਲ, ਕੋਈ 15 ਸਾਲ ਦੀ ਉਮਰ 'ਚ, ਕੋਈ 20 ਸਾਲ ਦੀ ਉਮਰ 'ਚ ਆਉਂਦੇ ਨੇ ਜਾਂ ਕੋਈ 35 ਸਾਲ ਦੀ ਉਮਰ 'ਚ ਆਉਂਦੇ ਨੇ ਜਿਸ ਅਸੀਂ ਬਹੁਤ ਜ਼ਿਆਦਾ ਤਕਲੀਫ ਤੋਂ ਗੁਜ਼ਰ ਰਹੇ ਹਾਂ। ਤੇ ਉਹ ਜਦ ਕਿ ਉਹਨਾਂ ਦੇ ਵਿੱਚ ਸਿੰਪਟਮਸ ਬਚਪਨ ਤੋਂ ਹੀ ਹੁੰਦੇ ਨੇ। ਕੀ ਸਿੰਪਟਮਸ ਹੁੰਦੇ ਨੇ ਕਿ ਵਜ਼ਨ ਦਾ ਨਾ ਵਧਣਾ। ਵਜ਼ਨ ਕਿਉਂ ਨਹੀਂ ਵੱਧਦਾ? ਕਿਉਂਕਿ ਖਾਧਾ ਪੀਤਾ ਜਿਹੜਾ ਹੈ ਉਹ ਹਜ਼ਮ ਨਹੀਂ ਹੁੰਦਾ। ਖਾਧਾ ਪੀਤਾ ਜੋ ਵੀ ਉਹ ਖਾਂਦਾ ਹੈ, ਕਣਕ ਹੀ ਆਪਾਂ ਰੂਟੀਨ ਦੇ ਵਿੱਚ ਖਾਂਦੇ ਆ, ਤਾਂ ਕਣਕ ਦੀ ਜੋ ਵੀ ਬਣਾਈ ਹੋਈ ਚੀਜ਼ ਖਾਂਦਾ ਉਹ ਪਚਦੀ ਨਹੀਂ ਹੈ ਅੰਦਰ ਜਾ ਕੇ। ਅੰਦਰ ਆਪਣੀ ਜਿਹੜੀ ਆਂਤਾਂ ਹੁੰਦੀਆਂ ਨੇ, ਛੋਟੀ ਆਂਤ ਹੁੰਦੀ ਹੈ, ਉਹ ਕੋਲਨ ਹੁੰਦੀ ਹੈ ਜਿਹੜੀ, ਉਹਦੇ ਵਿੱਚ ਸਵੈਲਿੰਗ ਆ ਜਾਂਦੀ ਹੈ, ਉਹਦੇ ਵਿਲਾਈਜ਼ ਹੁੰਦੇ ਨੇ ਤੇ ਉਹਦੀ ਮਿਕੋਜ਼ਾ ਜਿਹੜੀ ਹੈ ਸਵੈਲਪ ਕਰਨ ਲੱਗ ਜਾਂਦੀ ਹੈ, ਸਵੈਲਿੰਗ ਹੋਣ ਲੱਗ ਜਾਂਦੀ ਹੈ। ਜਿਹੜਾ ਗਲੂਟਨ ਪਾਇਆ ਜਾਂਦਾ ਹੈ ਵੀਟ ਦੇ ਵਿੱਚ, ਕਣਕ ਦੇ ਵਿੱਚ ਗਲੂਟਨ ਪਾਇਆ ਜਾਂਦਾ ਹੈ, ਉਹਦੇ ਕਰਕੇ ਜਿਹੜੀ ਮਿਕੋਜ਼ਾ ਹੈ ਸਾਡੀ ਉਹ ਰਿਐਕਟ ਕਰਦੀ ਹੈ, ਉਹਦੇ ਵਿੱਚ ਸਵੈਲਿੰਗ ਹੁੰਦੀ ਹੈ। ਸਵੈਲਿੰਗ ਹੋਣ ਕਰਕੇ ਉਹ ਅਬਜ਼ੌਰਬ ਨਹੀਂ ਕਰਦੀ ਕਣਕ ਦੀ ਕੰਟੈਂਟ ਨੂੰ, ਅਬਜ਼ੌਰਬ ਨਹੀਂ ਕਰਦੀ, ਇੰਟੈਸਟਾਈਨ ਸਾਡੀ ਆਂਤ ਹੈ ਜਿਹੜੀ ਉਹ ਅਬਜ਼ੌਰਬ ਨਹੀਂ ਕਰਦੀ। ਤਾਂ ਸਾਡੀ ਬਾਡੀ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਦੀ ਹੈ ਕਮੀ ਹੁੰਦੀ ਹੈ, એનર્ਜੀ ਦੀ ਕਮੀ ਹੁੰਦੀ ਹੈ। ਜਦ ਸਾਨੂੰ ਬੇਸਿਕ ਫੂਡ ਹੈ ਜਿਹੜਾ ਉਹੀ ਨਹੀਂ ਸਾਡੀ ਬਾਡੀ ਅਬਜ਼ੌਰਬ ਕਰ ਰਹੀ ਤਾਂ ਬਹੁਤ ਬਾਡੀ ਹੈ ਜਿਹੜੀ ਅਬਜ਼ੌਰਬ ਹੋਣੀ ਸ਼ੁਰੂ ਹੋ ਜਾਂਦੀ ਹੈ, ਬਹੁਤ ਕਮੀ ਆਣੀ ਸ਼ੁਰੂ ਹੋ ਜਾਂਦੀ ਹੈ ਹਰ ਤਰ੍ਹਾਂ ਦੀ। ਉਹਦੇ ਵਿੱਚ ਬਾਡੀ ਦੇ ਵਿੱਚ ਡੈਫੀਸ਼ੀਐਂਸੀਆਂ ਹੋ ਜਾਂਦੀਆਂ ਨੇ, ਗਰੋਥ ਨਹੀਂ ਹੋ ਪਾਉਂਦੀ ਕਿਸੇ ਵੀ ਕਿਸਮ ਦੀ, weight ਨਹੀਂ ਗੇਨ ਹੁੰਦਾ। ਸੈਕੰਡ ਇਹਦਾ ਮੇਜਰ ਸਿੰਪਟਮ ਹੈਗਾ ਅਨੀਮੀਆ। ਅਨੀਮੀਆ ਦੇ ਵਿੱਚ ਖੂਨ ਦੀ ਕਮੀ, ਜਿਹਨੂੰ ਆਪਾਂ ਖੂਨ ਦੀ ਕਮੀ ਕਹਿੰਦੇ ਹਾਂ। ਖੂਨ ਦੀ ਕਮੀ ਇੰਨੀ ਜ਼ਿਆਦਾ ਭਾਰੀ ਹੋ ਜਾਂਦੀ ਹੈ ਵੀ ਅਸੀਂ ਪੇਸ਼ੈਂਟਸ 3-3, 4-4 ਗ੍ਰਾਮ ਖੂਨ ਵਾਲੇ ਵੀ ਦੇਖੇ ਨੇ ਵੀ ਉਸ ਤੋਂ ਵੱਧਦਾ ਹੀ ਨਹੀਂ ਹੈ ਖੂਨ। ਜੇ ਵਧੇਗਾ ਤਾਂ ਜਿਵੇਂ ਕੋਈ ਟ੍ਰਾਂਸਫਿਊਜ਼ਨ ਹੋ ਗਈ, ਬਲੱਡ ਲਗਾ ਲਿਆ ਤਾਂ ਵੱਧ ਗਿਆ, ਥੋੜੀ ਦੇਰ ਕੁਝ ਹੋਰ ਦਵਾਈ ਖਾ ਲਈ ਤਾਂ ਥੋੜੀ ਦੇਰ ਲਈ ਵੱਧ ਗਿਆ, ਅਗੇਨ ਦੁਬਾਰਾ ਫਿਰ ਉਸੇ ਪੋਜੀਸ਼ਨ ਤੇ ਆ ਜਾਂਦਾ ਹੈ, ਉਹਨੇ ਦੁਬਾਰਾ ਖੂਨ ਰਹਿੰਦਾ ਹੈ। 8-8 ਗ੍ਰਾਮ ਖੂਨ, 7 ਗ੍ਰਾਮ ਖੂਨ, ਇਸ ਤਰ੍ਹਾਂ ਖੂਨ ਕਈ ਸਾਲ ਇਸ ਤਰ੍ਹਾਂ ਨਿਕਲਦੇ ਆ।
अन्य खून की ਇੰਨੀ ਕਮੀ ਭਾਰੀ ਰਹਿਣ ਦੇ ਨਾਲ ਜਿਹੜੇ ਹੈ ਬਹੁਤ ਸਾਰੀ ਚੇਂजेस ਬਾਡੀ ਦੇ ਵਿੱਚ ਆਉਂਦੀਆਂ। ਨੰਬਰ 1 ਤਾਂ ਜੇ ਤਾਂ ਗਰੋਇੰਗ ਏਜ ਦੇ ਵਿੱਚ ਇਹ ਪ੍ਰੋਬਲਮ ਆ ਗਈ ਹੈ ਕਿਸੇ ਨੂੰ ਪੇਸ਼ੈਂਟ ਨੂੰ, ਤਾਂ ਗਰੋਇੰਗ ਏਜ ਦੇ ਵਿੱਚ ਤਾਂ ਫਿਰ ਗਰੋਥ ਹੀ ਸਭ ਤੋਂ ਪਹਿਲਾਂ ਤਾਂ ਬੱਚੇ ਦੀ ਗਰੋਥ ਨਹੀਂ ਹੋ ਪਾਉਂਦੀ ਪ੍ਰੋਪਰ, ਨਾ ਤਾਂ ਉਹਦਾ ਕੱਦ ਵੱਧਦਾ ਪ੍ਰੋਪਰਲੀ, ਨਾ ਉਹਦੀ ਸਿਹਤ ਬਣਦੀ ਹੈ, ਤੇ ਬਹੁਤ ਹੀ ਜ਼ਿਆਦਾ ਵੀਕ ਔਰ ਕਮਜ਼ੋਰ ਰਹਿੰਦਾ ਉਹ ਬੱਚਾ। ਉਹਨੂੰ ਦੂਰੋਂ ਹੀ ਦੇਖ ਕੇ ਅਸੀਂ ਪਹਿਚਾਨ ਸਕਦੇ ਹਾਂ ਵੀ ਇਹ ਬੱਚਾ ਜਿਹੜਾ ਹੈਗਾ ਮੈਰਾਸਮਿਕ ਹੈ, ਇਹਦੇ ਵਿੱਚ ਨਿਊਟ੍ਰੀਸ਼ਨ ਦੀ ਬਹੁਤ ਜ਼ਿਆਦਾ ਭਾਰੀ ਕਮੀ ਹੈ। ਤੇ ਨੰਬਰ 2 ਇਹਦੇ ਨਾਲ ਇਹ ਵੀ ਹੁੰਦਾ ਹੈ ਐਨੀਮੀਆ ਹੋਣ ਦੇ ਨਾਲ ਫਿਰ ਇਰੀਟੇਬਿਲਿਟੀ, ਚਿੜਚਿੜਾਪਨ ਮਾਈਂਡ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਚਿੜਚਿੜਾਪਨ ਕਾਫੀ ਜ਼ਿਆਦਾ ਰਹਿੰਦਾ, ਨੀਂਦ ਦੀ ਪ੍ਰੋਬਲਮ ਕਾਫੀ ਰਹਿੰਦੀ ਹੈ। ਕਈਆਂ ਨੂੰ ਪੇਸ਼ੈਂਟ ਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਸੁਸਤੀ ਰਹਿਣ ਕਰਕੇ, એનર્ਜੀ ਲੈਵਲ ਲੋ ਹੋਣ ਕਰਕੇ, ਕਈਆਂ ਨੂੰ ਇਸ ਕਰਕੇ ਚਿੜਚਿੜਾਪਨ ਹੋਣ ਕਰਕੇ ਨੀਂਦ ਨਹੀਂ ਵੀ ਆਉਂਦੀ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਸਿੰਪਟਮਸ ਹੁੰਦੇ ਨੇ। ਉਹਦੇ ਨਾਲ ਡਿਪਰੈਸ਼ਨ ਜੈਸੇ ਸਿੰਪਟਮਸ ਵੀ ਪੈਦਾ ਹੋ ਜਾਂਦੇ ਨੇ ਇਸ ਕੰਡੀਸ਼ਨ ਦੇ ਵਿੱਚ, ਜਦ ਇੰਨਾ ਜ਼ਿਆਦਾ ਚਿੜਚਿੜਾਪਨ ਹੁੰਦਾ ਹੈ। ਔਰ ਡਿਪਰੈਸ਼ਨ ਇਸ ਕਰਕੇ ਵੀ ਹੋ ਜਾਂਦਾ ਹੈ ਕਿਉਂਕਿ ਉਹਦੀ ਲਾਈਫ ਹੈ ਜਿਹੜੀ ਉਹ ਬਹੁਤ ਹੀ ਇੱਕ ਮੁਸ਼ਕਿਲ ਭਰੀ ਲਾਈਫ ਹੁੰਦੀ ਹੈ, ਕਿਉਂਕਿ ਉਹਨੇ ਕੁਝ ਵੀ ਖਾਣਾ ਨਹੀਂ ਹੁੰਦਾ, ਬਹੁਤ ਜਿਹੜੀ ਵੀ ਚੀਜ਼ ਖਾਂਦਾ ਉਹ ਡਾਈਜੈਸਟ ਨਹੀਂ ਹੁੰਦੀ, ਉਹਨੂੰ ਲੂਜ਼ ਮੋਸ਼ਨਸ ਲੱਗਦੀਆਂ ਨੇ, ਉਹਨੂੰ ਬਲੋਟਿੰਗ ਹੁੰਦੀ ਹੈ ਪੇਟ ਦੇ ਵਿੱਚ, ਫਲਾਵਟ ਹੁੰਦੀ ਹੈ, ਉਹਨੂੰ ਗੈਸ ਬਣਦੀ ਹੈ ਬਹੁਤ ਜ਼ਿਆਦਾ, ਉਲਟੀਆਂ ਵੀ ਲੱਗਦੀਆਂ ਨੇ, ਸਕਿਨ ਦੀ ਪ੍ਰੋਬਲਮਸ ਵੀ, ਇਸ ਪੇਸ਼ੈਂਟ ਨੂੰ ਸਕਿਨ ਦੀ ਪ੍ਰੋਬਲਮ ਵੀ ਆਉਂਦੀ ਹੈ। ਕਈ ਪੇਸ਼ੈਂਟਸ ਦੇ ਉੱਤੇ ਰੈਸ਼ਿਜ਼, ਇਹਦੀ ਸਿਰਫ ਐਲਰਜੀ ਜਿਹੜੀ ਹੈ ਉਹ ਇਸ ਚੀਜ਼ ਤੋਂ ਪਤਾ ਲੱਗਦੀ ਹੈ ਵੀ ਸਕਿਨ ਦੇ ਉੱਤੇ ਰੈਸ਼ਿਜ਼ ਹੁੰਦੇ ਨੇ, ਖਾਰਿਸ਼ ਹੁੰਦੀ ਹੈ, ਧੱਫੜ ਬਣ ਜਾਂਦੇ ਨੇ, ਜਰਾ ਖਾਰਿਸ਼ ਕਰਦਾ ਬੰਦਾ ਲਾਈਨਾਂ ਬਣ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਦੇ ਸਿੰਪਟਮਸ ਵੀ ਇਹਨਾਂ ਪੇਸ਼ੈਂਟਸ ਵਿੱਚ ਦੇਖੇ ਗਏ ਨੇ। ਕੁੱਲ ਮਿਲਾ ਕੇ ਇਹ ਗੱਲ ਹੈ ਕਿ ਵੇਰੀਏਬਲ ਹੈ ਬਹੁਤ, ਇਹ ਇੱਕ ਬਹੁਤ ਵਾਸਟ ਡਿਜ਼ੀਜ਼ ਹੈ ਜਿਹਦੇ ਕਿ ਸਿੰਪਟਮਸ ਵੀ ਬਹੁਤ ਜ਼ਿਆਦਾ ਵਾਸਟ ਨੇ। ਜੇ ਸਾਈਕੋਲੋਜੀ ਲੈਵਲ ਦਾ ਫਿਜ਼ੀਕਲ ਲੈਵਲ, ਸਾਈਕੋਲੋਜੀ ਲੈਵਲ, ਅਲੱਗ-ਅਲੱਗ ਤਰ੍ਹਾਂ ਦੇ ਲੈਵਲ ਦੇ ਉੱਤੇ ਇਹਦੇ ਸਿੰਪਟਮਸ ਸਾਰੇ ਤਰ੍ਹਾਂ ਦੇ ਲੈਵਲਸ ਤੇ ਹੀ ਇਹ ਜਿਹੜੀ ਡਿਜ਼ੀਜ਼ ਹੈ ਉਹਦਾ ਇਫੈਕਟ ਆਉਂਦਾ ਹੈ, ਕਾਫੀ ਹੱਦ ਤੱਕ ਇਫੈਕਟ ਆਉਂਦਾ ਹੈ ਹਰ ਚੀਜ਼ ਦੇ ਉੱਤੇ। ਥਾਇਰਾਇਡ ਦੀ ਕੰਪਲਿਕੇਸ਼ਨਸ ਵੀ ਇਹਦੇ ਨਾਲ ਦੇਖੀਆਂ ਗਈਆਂ ਨੇ, ਐਸੋਸੀਏਟਿਡ ਹੁੰਦੀਆਂ, ਉਹ ਵੀ ਇਹਦੇ ਨਾਲ ਜਿਹੜੀ ਹੈ ਕਾਫੀ ਸਿੰਪਟਮਸ ਇਹਦੇ ਦੇਖੇ ਜਾਂਦੇ ਨੇ। ਥਾਇਰਾਇਡ ਜਦੋਂ ਅਸੀਂ ਉਹਨਾਂ ਦੀ ਟੈਸਟਿੰਗ ਕਰਾਉਂਦੇ ਹਾਂ ਤਾਂ ਥਾਇਰਾਇਡ ਦੀ ਕੰਪਲਿਕੇਸ਼ਨਸ ਵੀ ਆਉਂਦੀਆਂ ਨੇ, ਹਾਈਪੋਥਾਇਰਾਇਡਿਜ਼ਮ ਜਾਂ ਹਾਈਪਰਥਾਇਰਾਇਡਿਜ਼ਮ ਪੇਸ਼ੈਂਟਸ ਨੂੰ ਹੋ ਜਾਂਦਾ ਹੈ। ਇਹਦਾ ਬਾਕੀ ਜੇ ਇਨਵੈਸਟੀਗੇਸ਼ਨ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੀ TTG ਟੈਸਟ ਇਹਦਾ ਕੀਤਾ ਜਾਂਦਾ ਹੈ, IgA TTG ਟੈਸਟ ਹੁੰਦਾ ਹੈ, ਐਂਟੀ ਟ੍ਰਾਂਸ ਗਲੂਟਾਮਾਈਨੇਜ਼ ਟੈਸਟ ਹੁੰਦਾ ਇਹਦਾ, ਐਂਟੀਬਾਡੀਜ਼ ਦਾ ਟੈਸਟ ਹੈ। ਉਹ ਜੇ ਪੋਜ਼ਿਟਿਵ ਆਉਂਦਾ ਹੈ ਤਾਂ ਉਹਨੂੰ ਅਸੀਂ ਫਿਰ ਮੰਨਦੇ ਹਾਂ ਕਿ ਇਹ ਜਿਹੜਾ ਹੈ ਪੇਸ਼ੈਂਟ ਅਫੈਕਟਡ ਹੈ ਸਿਲਿਕ ਡਿਜ਼ੀਜ਼ ਦੇ ਨਾਲ। ਸਿਲਿਕ ਡਿਜ਼ੀਜ਼ ਵੀ ਇਹਨੂੰ ਮੈਡੀਕਲੀ ਭਾਸ਼ਾ ਦੇ ਵਿੱਚ ਸਿਲਿਕ ਡਿਜ਼ੀਜ਼ ਕਿਹਾ ਜਾਂਦਾ ਹੈ। ਕਈ ਵਾਰੀ ਉਹ ਟੈਸਟ ਪੋਜ਼ਿਟਿਵ ਨਹੀਂ ਆਉਂਦੇ ਲੇਕਿਨ ਸਿੰਪਟਮਸ ਪੇਸ਼ੈਂਟ ਦੇ ਵਿੱਚ ਹੁੰਦੇ ਨੇ ਬਹੁਤ ਜ਼ਿਆਦਾ, ਫਿਰ ਅਸੀਂ ਉਹਨਾਂ ਕੇਸਿਸ ਦੇ ਵਿੱਚ ਸਾਨੂੰ ਐਂਡੋਸਕੋਪੀ ਵੀ ਕਰਾਉਣੀ ਪੈਂਦੀ ਹੈ। ਐਂਡੋਸਕੋਪੀ ਦੇ ਨਾਲ ਜਦੋਂ ਕੈਮਰਾ ਅੰਦਰ ਜਾਂਦਾ ਹੈ ਤਾਂ ਉਹਦੇ ਵਿੱਚ ਸਾਰੀ ਮਿਕੋਜ਼ਾ, ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਮਿਕੋਜ਼ਾ ਦੀ ਸਵੈਲਿੰਗ ਹੋ ਜਾਂਦੀ ਹੈ, ਇੰਟੈਸਟਾਈਨਸ ਦੀ ਮਿਕੋਜ਼ਾ ਦੀ ਸਵੈਲਿੰਗ ਹੁੰਦੀ ਹੈ, ਤਾਂ ਉਹ ਕੈਮਰੇ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅੰਦਰ ਮਿਕੋਜ਼ਲ ਸਵੈਲਿੰਗ ਕਿੰਨੀ ਕੁ ਜ਼ਿਆਦਾ ਹੈਗੀ ਹੈ। ਤਾਂ ਉਹ ਚੀਜ਼ ਵੀ ਉਹ 'ਚ ਕਲੀਅਰ ਹੋ ਜਾਂਦੀ ਹੈ ਵੀ ਇਹ ਪੇਸ਼ੈਂਟ ਹੈ ਜਿਹੜਾ ਸਿਲਿਕ ਡਿਜ਼ੀਜ਼ ਦਾ ਪੇਸ਼ੈਂਟ ਹੈ। ਤਾਂ ਇਸ ਤਰ੍ਹਾਂ ਸਿੰਪਟਮਸ ਬਹੁਤ ਨੇ ਇਹਨਾਂ ਪੇਸ਼ੈਂਟਸ, ਬਹੁਤ ਸਵੀਅਰ, ਮਾਈਲਡ ਤੋਂ ਲੈ ਕੇ ਬਹੁਤ ਸਵੀਅਰ ਤੱਕ ਨੇ। ਬਹੁਤ ਕੇਸਿਸ ਇਦਾਂ ਦੇ ਵੀ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਿੰਪਟਮਸ ਨਹੀਂ ਆਉਂਦੇ, ਸਿਰਫ ਇੰਨਾ ਕੀ ਹੁੰਦਾ ਵੀ ਉਹ ਕਮਜ਼ੋਰ ਰਹਿੰਦੇ ਨੇ ਪੇਸ਼ੈਂਟ, ਜ਼ਿਆਦਾ ਗਰੋ ਨਹੀਂ ਕਰ ਪਾਉਂਦੇ, ਫਿਰ ਉਹਨਾਂ ਦੀ ਜ਼ਿੰਦਗੀ ਚੱਲੀ ਜਾਂਦੀ ਹੈ। ਮੈਂ ਪਿੱਛੇ ਜੀ ਕੁਝ ਦਿਨ ਪਹਿਲਾਂ ਦਿੱਲੀ ਦਾ ਇੱਕ ਕੇਸ ਮੇਰੇ ਕੋਲ ਆਇਆ, ਉਹ ਲੜਕੀ 24 ਸਾਲ ਦੀ ਲੜਕੀ ਹੈ, ਉਹਨੂੰ ਕਦੇ ਲਾਈਫ ਦੇ ਵਿੱਚ ਕੋਈ ਬਹੁਤੀ ਲੰਬੀ ਚੌੜੀ ਪ੍ਰੋਬਲਮ ਨਹੀਂ ਆਈ ਸੀਗੀ ਇਹਦੇ ਕਰਕੇ, ਸਿਲਿਕ ਡਿਜ਼ੀਜ਼ ਕਰਕੇ। ਬਸ ਇੰਨਾ ਜ਼ਰੂਰ ਸੀ ਵੀ ਥੋੜੀ ਖੂਨ ਦੀ ਕਮੀ ਰਹਿੰਦੀ ਹੁੰਦੀ ਸੀ, ਉਹ ਵੀ ਬਹੁਤ ਜ਼ਿਆਦਾ ਨਹੀਂ, 8-9 ਗ੍ਰਾਮ ਖੂਨ ਰਹਿੰਦਾ ਹੁੰਦਾ ਸੀਗਾ। ਬਹੁਤ ਜ਼ਿਆਦਾ ਹੈਲਦੀ ਨਹੀਂ ਸੀ ਪਰ ਬਹੁਤ ਜ਼ਿਆਦਾ ਵੀਕ ਵੀ ਨਹੀਂ ਸੀ। ਪਰ ਕੀ ਹੋਇਆ ਕਿ ਇੱਕਦਮ ਹੁਣ ਪਿਛਲੇ ਸਾਲ ਤੋਂ ਉਹਨੂੰ ਬੁਖਾਰ ਚੜ੍ਹਨਾ ਸ਼ੁਰੂ ਹੋ ਗਿਆ। ਬੁਖਾਰ ਚੜ੍ਹਨ ਦੇ ਨਾਲ ਨਾਲ ਉਹਨੂੰ ਉਲਟੀਆਂ ਵਗੈਰਾ ਵੀ ਲੱਗੀਆਂ, ਲੈਟਰਿਨਾਂ ਵੀ ਲੱਗਣ ਲੱਗ ਪਈਆਂ। ਇਹ ਹੋਇਆ 1 ਲੱਖ ਉਹਦੇ ਨਾਲ, ਲੇਕਿਨ ਉਸ ਤੋਂ ਪਹਿਲਾਂ ਐਸੀ ਕੋਈ ਪੋਜੀਸ਼ਨ ਨਹੀਂ ਹੁੰਦੀ ਸੀਗੀ। ਤਾਂ ਉਹ ਸਾਲ ਪਰ 6 ਮਹੀਨੇ ਲਗਾਤਾਰ ਇਸ ਤਰ੍ਹਾਂ ਦੇ ਉਹਨੂੰ ਸਿੰਪਟਮਸ ਜਦ ਆਏ ਤਾਂ ਉਹ ਡਾਕਟਰਸ ਨੇ ਫਿਰ ਜਦ ਇਹ ਟੈਸਟ ਕਰਵਾਇਆ ਤਾਂ ਉਹਨੂੰ ਸਿਲਿਕ ਡਿਜ਼ੀਜ਼ ਆਈ, ਉਹਨੂੰ ਵੀਟ ਐਲਰਜੀ ਦੀ ਪ੍ਰੋਬਲਮ ਆਈ। ਤਾਂ ਇਸ ਤਰ੍ਹਾਂ ਦੇ ਵੀ ਬਹੁਤ ਸਾਰੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਅਚਾਨਕ ਸਿੰਪਟਮਸ ਪੈਦਾ ਹੋ ਜਾਂਦੇ ਨੇ। ਵੀਟ ਐਲਰਜੀ ਪ੍ਰੋਬਲਮ ਬਾਡੀ ਦੇ ਵਿੱਚ ਹੁੰਦੀ ਹੈ ਪਰ ਉਹ ਕਿਸੇ ਵਜ੍ਹਾ ਨਾਲ ਦਬੀ ਹੋਈ ਰਹਿੰਦੀ ਹੈ ਬਾਡੀ ਦੇ ਵਿੱਚ, ਇਰਪਟ ਨਹੀਂ ਹੋ ਪਾਉਂਦੀ, ਆਪਣੇ ਆਪ ਨੂੰ ਸ਼ੋ ਨਹੀਂ ਕਰਦੀ। ਉਹ ਕਿਸੇ ਲਾਈਫ ਦੀ ਕਿਸੇ ਸਟੇਜ ਦੇ ਉੱਤੇ ਆ ਕੇ ਉਹ ਆਪਣੇ ਆਪ ਨੂੰ ਕਈ ਵਾਰੀ ਸ਼ੋ ਕਰ ਦਿੰਦੀ ਹੈ। ਜਦ ਕੋਈ ਸੈਟਬੈਕ, ਕਿਸ ਲਾਈਫ ਦੀ ਕਿਹੜੀ ਸਟੇਜ, ਜਦ ਜਾਂ ਤਾਂ ਇਨਸਾਨ ਨੂੰ ਕੋਈ ਸੈਟਬੈਕ ਲੱਗਦਾ ਕਿਸੇ ਚੀਜ਼ ਦਾ, ਫਾਈਨੈਂਸ਼ੀਅਲੀ ਕੋਈ ਸੈਟਬੈਕ ਲੱਗਿਆ, ਕੋਈ ਘਰ ਦੇ ਵਿੱਚ ਕੋਈ ਐਸੀ ਹਾਦਸਾ ਹੋ ਗਿਆ ਜਿਹਦੀ ਵਜ੍ਹਾ ਨਾਲ ਉਹ ਵੀਕ ਹੋ ਗਿਆ, ਮੈਂਟਲੀ ਬਹੁਤ ਵੀਕ ਹੋ ਗਿਆ, ਉਹਦੇ ਨਾਲ ਉਹ ਸੈਟਬੈਕ ਲੱਗਿਆ, ਤਾਂ ਉਹ ਜਿਹੜੀ ਹਿਡਨ ਡਿਜ਼ੀਜ਼, ਜਿਹੜੀਆਂ ਅੰਦਰ ਡਿਜ਼ੀਜ਼ਸ ਪਈਆਂ ਹੁੰਦੀਆਂ ਨੇ ਸਾਡੇ ਲੈਟਨ ਫਾਰਮ ਦੇ ਵਿੱਚ ਪਈਆਂ ਹੁੰਦੀਆਂ ਨੇ, ਤਾਂ ਉਹ ਇਰਪਟ ਹੋ ਜਾਂਦੀਆਂ ਨੇ, ਉਹ ਆਪਣੇ ਆਪ ਨੂੰ ਸ਼ੋ ਕਰਨ ਲੱਗ ਜਾਂਦੀਆਂ ਨੇ। ਇਹ ਜ਼ਿਆਦਾਤਰ ਜੈਨੇਟਿਕ ਡਿਜ਼ੀਜ਼ ਹੁੰਦੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਨਬੋਰਨ ਹੁੰਦੀ ਹੈ, ਇਹ ਜੈਨੇਟਿਕ ਡਿਜ਼ੀਜ਼ ਹੈ।
ਤੁਸੀਂ ਦੇਖੋਗੇ ਕਈ ਵਾਰੀ ਹਿਸਟਰੀ ਦੇ ਵਿੱਚ ਇਹਨਾਂ ਦੇ ਬੈਕਗ੍ਰਾਉਂਡ ਦੇ ਵਿੱਚ ਅਸੀਂ ਪਾਉਂਦੇ, ਹਿਸਟਰੀ ਸਾਡੇ ਲਈ ਬਹੁਤ ਇੰਪੋਰਟੈਂਟ ਹੈ, ਪਰਸਨਲ ਹਿਸਟਰੀ ਵੀ ਤੇ ਫੈਮਿਲੀ ਹਿਸਟਰੀ ਵੀ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਕੇਸਿਸ ਦੇ ਵਿੱਚ। ਫੈਮਿਲੀ ਹਿਸਟਰੀ ਜਦੋਂ ਅਸੀਂ ਲੈਂਦੇ ਆ ਤਾਂ ਪੇਰੈਂਟਸ ਨੂੰ ਵੀ ਕਈ ਵਾਰੀ ਇਸ ਤਰ੍ਹਾਂ ਦੀ ਡਿਜ਼ੀਜ਼ਸ ਮਿਲਦੀਆਂ ਨੇ ਸਾਨੂੰ, ਜਾਂ ਕਈ ਵਾਰੀ ਸਿਬਲਿੰਗਸ ਦੇ ਵਿੱਚ ਵੀ ਇਹ ਡਿਜ਼ੀਜ਼ ਕਾਮਨ ਨੇ ਵੀ ਭੈਣ ਭਾਈਆਂ ਦੇ ਵਿੱਚ ਜੇ ਉਹ 3 ਭੈਣ ਭਾਈ ਨੇ ਤਾਂ ਉਹਨਾਂ ਵਿੱਚੋਂ 2 ਨੂੰ ਹੈਗੀ ਹੈ ਇਹ ਪ੍ਰੋਬਲਮ, ਜਾਂ ਤਿੰਨਾਂ ਨੂੰ ਹੀ ਹੈਗੀ ਹੈ ਪ੍ਰੋਬਲਮ। ਇਹ ਇਸ ਤਰ੍ਹਾਂ ਦੀ ਵੀ ਬਹੁਤ ਕਾਮਨ ਚੀਜ਼ ਹੈ। ਫਿਰ ਕੀ ਐਸਾ ਕਾਰਨ ਹੈ ਵੀ ਤਿੰਨੋਂ ਬੱਚਿਆਂ ਦੇ ਵਿੱਚ ਇਹ ਪ੍ਰੋਬਲਮ ਆਈ? ਤਾਂ ਉਹਦੇ ਬੈਕ ਹੋਰ ਹਿਸਟਰੀ ਦੇ ਵਿੱਚ ਜਾਣਦੇ ਆ ਕਿ ਪੇਰੈਂਟਸ ਨੂੰ ਕੀ ਪ੍ਰੋਬਲਮ ਸੀਗੀਆਂ, ਜਾਂ ਮਦਰ ਨੂੰ ਡਿਊਰਿੰਗ ਪ੍ਰੈਗਨੈਂਸੀ ਕੀ ਪ੍ਰੋਬਲਮ ਰਹੀਆਂ ਨੇ। ਤਾਂ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਚੀਜ਼ਾਂ। ਕਈ ਵਾਰੀ ਮਦਰਸ ਨੂੰ ਜਾਂ ਫਾਦਰ ਨੂੰ ਜਾਂ ਗ੍ਰੈਂਡ ਪੇਰੈਂਟਸ ਨੂੰ, ਚਾਹੇ ਉਹ ਮੈਟਰਨਲ ਗ੍ਰੈਂਡ ਪੇਰੈਂਟ ਹੈ ਚਾਹੇ ਪੈਟਰਨਲ ਗ੍ਰੈਂਡ ਪੇਰੈਂਟ ਨੇ, ਉਹਨਾਂ ਚੋਂ ਕਿਸੇ ਕੋਈ ਐਲਰਜੀਕ ਹੁੰਦੇ ਨੇ। ਜ਼ਰੂਰੀ ਨਹੀਂ ਹੈ ਮਾਂ-ਬਾਪ ਹੀ ਡਾਇਰੈਕਟ ਐਲਰਜੀਕ ਹੋਣ, ਉਹਨਾਂ ਦੇ ਅੱਗੇ ਮਾਂ-ਬਾਪ ਜਿਹੜੇ ਹੈ ਜਾਂ ਹੋਰ ਮਾਮੇ ਚਾਚੇ ਤਾਏ ਜਿਹੜੇ ਹੈ ਉਹਨਾਂ ਚੋਂ ਵੀ ਕੋਈ ਐਲਰਜੀਕ ਹੋ ਸਕਦੇ ਨੇ। ਉਹ ਵੀ ਆਫਟਰ ਆਲ ਜੀਨਸ, ਉਹ ਵੀ ਸਾਡੇ ਫੈਮਿਲੀ ਦਾ ਹਿੱਸਾ ਨੇ, ਉਹ ਜੀਨਸ ਸਾਡੇ 'ਚ ਹੀ ਆਣੇ ਨੇ, ਉਹਨਾਂ ਕਰਕੇ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਮੈਂ ਤੁਹਾਨੂੰ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਕਾਰਨ ਹੁੰਦੇ ਨੇ ਵੀਟ ਐਲਰਜੀ ਦੇ ਹੋਣ ਦੇ, ਤੇ ਇਹਦਾ ਸਿੰਪਟਮਸ ਵੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਬਹੁਤ ਵੇਰੀਏਬਲ, ਵੈਸੇ ਬਹੁਤ ਵੇਰੀਏਬਲ ਨੇ ਸਿੰਪਟਮ, ਮਾਈਲਡ ਤੋਂ ਲੈ ਕੇ ਸੀਵੀਅਰ ਤੱਕ ਸਿੰਪਟਮਸ ਇਹਦੇ ਹੋ ਸਕਦੇ ਨੇ। ਤਾਂ ਇਹਦਾ ਜਿਹੜਾ ਹੈ ਆਪਣੇ ਆਪ ਕੋਸ਼ਿਸ਼ ਇਹ ਕਰੋ ਵੀ ਜਲਦੀ ਤੋਂ ਜਲਦੀ ਡਾਕਟਰ ਨੂੰ ਦਿਖਾਓ ਤਾਂ ਕਿ ਇਹ ਡਾਇਗਨੋਜ਼ ਹੋਵੇ। ਡਾਇਗਨੋਜ਼ ਹੋਣ ਨਾਲ ਸਭ ਤੋਂ ਪਹਿਲਾਂ ਤਾਂ ਡਾਕਟਰ ਇਹੀ ਕਰਦੇ ਨੇ ਵੀ ਕਣਕ ਨੂੰ ਛੁਡਵਾਇਆ ਜਾਂਦਾ, ਵੀ ਕਣਕ ਨੂੰ ਟੋਟਲੀ ਬੰਦ ਕਰੋ। ਬਿਲਕੁਲ ਟੋਟਲੀ ਬੰਦ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਜੇ ਬੰਦ ਨਾ ਕੀਤੀ ਜਾਵੇ ਤਾਂ ਇਹਦਾ ਇਫੈਕਟ ਮੇਜਰ ਆਰਗਨਸ ਤੱਕ ਵੀ ਜਾ ਸਕਦਾ ਹੈ ਬਾਡੀ ਦੇ। ਇਵਨ ਹਾਰਟ ਦੇ ਉੱਤੇ ਵੀ ਇਹਦਾ ਇਫੈਕਟ ਜਾ ਸਕਦਾ ਹੈ, ਕਿਡਨੀਜ਼ ਦੇ ਉੱਤੇ ਵੀ ਇਫੈਕਟ ਜਾ ਸਕਦਾ ਹੈ। ਪਰ ਸਰ ਇਹ ਪ੍ਰੀਕਾਸ਼ਨਸ ਦੇ ਵਿੱਚ ਆ ਗਏ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਵੇਂ ਪ੍ਰੀਕਾਸ਼ਨਰੀ ਤੁਸੀਂ ਉਹ ਵੀਟ ਛਡਵਾਤੀ ਬੰਦੇ ਦੀ ਜੀ, ਉਸ ਤੋਂ ਬਾਅਦ ਮਤਲਬ ਅਗਰ ਆਪਾਂ ਗੱਲ ਕਰੀਏ ਹੋਮਿਓਪੈਥਿਕ ਦੇ ਜਿਸ ਦੀ ਕਿਉਰ ਦੀ ਜੀ, ਉਹ ਕਿਉਰ ਕਿਵੇਂ ਮਤਲਬ ਕੀਤਾ ਜਾਂਦਾ? ਬਿਲਕੁਲ ਮੈਂ ਪਹਿਲਾਂ ਤੁਹਾਨੂੰ ਜਨਰਲ ਸਾਰੀ ਚੀਜ਼ ਦੱਸਣ ਦੀ, ਬਿਮਾਰੀ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਬਿਮਾਰੀ ਕੀ ਹੈ ਤੇ ਉਹਦੀ ਪ੍ਰੀਕਾਸ਼ਨ ਕੀ ਹੈ। ਜਿਹੜੀ ਜਦ ਤੱਕ ਤੁਸੀਂ ਟ੍ਰੀਟਮੈਂਟ ਨਹੀਂ ਸ਼ੁਰੂ ਕਰਦੇ ਉਹਦੀ ਪ੍ਰੀਕਾਸ਼ਨ ਇਹੀ ਹੈ ਵੀ ਵੀਟ ਤੁਸੀਂ ਛੱਡ ਦਿਓ, ਬਿਲਕੁਲ ਵੀਟ ਛੱਡ ਦਿਓ। ਇੱਥੋਂ ਤੱਕ ਛੱਡ ਦਿਓ ਕਿ ਜੇ ਘਰ ਦੇ ਵਿੱਚ ਰੋਟੀ ਪੱਕਦੀ ਹੈ ਤਾਂ ਕਣਕ ਦੀ ਰੋਟੀ ਬਾਅਦ ਚ ਪੱਕੇ ਚੱਕਲੇ ਤੇ ਦੂਜੀ ਰੋਟੀ ਜਿਹੜੀ ਤੁਹਾਡੀ ਗਲੂਟਨ ਫ੍ਰੀ ਆਟੇ ਦੀ ਜਾਂ ਉਹ ਚਨਿਆਂ ਦੇ ਆਟੇ ਦੀ ਜਿਹੜੀ ਬਣਨੀ ਹੈ ਤੁਹਾਡੇ ਵਾਸਤੇ ਜਾਂ ਮੱਕੀ ਦੀ ਬਣਨੀ ਹੈ, ਉਹ ਪਹਿਲਾਂ ਬਣੇ ਚੱਕਲੇ ਤੇ, ਤਾਂ ਕਿ ਉਹ ਕਣਕ ਦਾ ਥੋੜਾ ਜਿਹਾ ਕਣ ਵੀ ਨਾ ਜਾਵੇ ਸਰੀਰ ਦੇ ਵਿੱਚ। ਇੱਕ ਥੋੜਾ ਜਿਹਾ ਕਣ ਵੀ ਹੈ ਜਿਹੜਾ ਉਹ ਇੰਟੈਸਟਾਈਨ ਦੀ ਗਲੂਕੋਜ਼ਾ ਨੂੰ ਸਵੈਲਿੰਗ ਕਰਨ ਦੇ ਵਿੱਚ ਸਾਬਤ ਹੋ ਸਕਦਾ ਹੈ। ਇਸ ਕਰਕੇ ਬਹੁਤ ਜ਼ਿਆਦਾ ਪ੍ਰੀਕਾਸ਼ਨ ਹੈ ਇਹਦੇ ਵਿੱਚ। ਤੇ ਜੇ ਹੁਣ ਟ੍ਰੀਟਮੈਂਟ ਪਾਰਟ ਦੀ ਗੱਲ ਕਰੀਏ ਤਾਂ ਵੈਸੇ ਤਾਂ ਆਲ ਓਵਰ ਇਹਦਾ ਟ੍ਰੀਟਮੈਂਟ ਇਹੀ ਦੱਸਿਆ ਜਾਂਦਾ, ਜੇ ਐਲੋਪੈਥਿਕ ਸਿਸਟਮ ਦੀ ਗੱਲ ਕਰੀਏ ਵੀ देयर इज नो ਟ੍ਰੀਟਮੈਂਟ ਐਟ ਆਲ। ਉਹ ਸਿਰਫ ਇਹਦਾ ਪ੍ਰੀਕਾਸ਼ਨ ਇਹੀ ਹੈ ਕਿ ਵੀਟ ਨੂੰ ਛੱਡਿਆ ਜਾਵੇ। ਲੇਕਿਨ ਜਿਹੜਾ ਹੋਮਿਓਪੈਥਿਕ ਟ੍ਰੀਟਮੈਂਟ ਹੈ, ਅਸੀਂ ਕਨਸਟੀਟਿਊਸ਼ਨਲ ਟ੍ਰੀਟਮੈਂਟ ਕਰਦੇ ਹਾਂ ਹਰ ਇੱਕ ਡਿਜ਼ੀਜ਼ ਦਾ। ਇਨਸਾਨ ਦੀ ਕਨਸਟੀਟਿਊਸ਼ਨ ਸਾਡੇ ਲਈ ਬਹੁਤ ਇੰਪੋਰਟੈਂਟ ਹੈ। ਕਨਸਟੀਟਿਊਸ਼ਨ ਮੀਨਸ ਇਹੀ ਜਿਹੜੀ ਕੰਪਲੀਟ ਹਿਸਟਰੀ, ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਪਰਸਨਲ ਹਿਸਟਰੀ ਕੀ ਹੈ ਇਨਸਾਨ ਦੀ, ਫੈਮਿਲੀ ਹਿਸਟਰੀ ਕੀ ਹੈ ਇਨਸਾਨ ਦੀ, ਤੇ ਪਰਸਨਲ ਸਿੰਪਟਮਸ ਕੀ ਨੇ ਇਸ ਟਾਈਮ ਪ੍ਰੈਜ਼ੈਂਟ, ਕੰਪਲੇਂਟਸ ਕੀ ਨੇ ਬੰਦੇ ਦੇ ਵਿੱਚ, ਤੇ ਉਹ ਕਿਹੜੀ ਚੀਜ਼ਾਂ ਚੋਂ ਨਿਕਲੇ ਆ, ਉਹਦਾ ਮਾਈਂਡ ਕੀ ਕਹਿ ਰਿਹਾ ਹੈ, ਕਿਸ ਤਰ੍ਹਾਂ ਦੀ ਉਹਦੀ ਪਰਸਨੈਲਿਟੀ ਹੈ। ਇਹ ਸਾਰਾ ਕੁੱਲ ਮਿਲਾ ਕੇ ਜਿਹੜੀ ਇੱਕ ਪਿਕਚਰ ਪੇਸ਼ ਹੁੰਦੀ ਹੈ ਸਾਡੇ ਸਾਹਮਣੇ, ਤਾਂ ਉਹ ਸਾਡੇ ਕੋਲ ਇਸ ਤਰ੍ਹਾਂ ਦੀਆਂ ਮੈਡੀਸਿਨਸ ਨੇ ਜਿਹੜੀਆਂ ਕਿ ਉਸ ਚੀਜ਼ ਦੇ ਉੱਤੇ ਫਿਰ ਪਰਸਨੈਲਿਟੀ ਬੇਸਡ ਉੱਤੇ ਕੰਮ ਕਰਦੀਆਂ ਨੇ ਮੈਡੀਸਿਨਸ। ਉਹਦੇ ਨਾਲ ਉਹ ਜਿਹੜੀ ਮਾਈਕਰੋ ਡੋਜ਼ਿਸ ਹੈ, ਹੋਮਿਓਪੈਥੀ ਦੀਆਂ ਮਾਈਕਰੋ ਡੋਜ਼ਿਸ ਹੈ, ਇਹਨਾਂ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਡਿਜ਼ੀਜ਼ ਦੀ ਜੜ ਤੱਕ ਪਹੁੰਚ ਕੇ ਉਹਨੂੰ ਕਿਉਰ ਕਰ ਸਕਦੀਆਂ ਨੇ। ਫਿਰ ਉਹ ਡਿਜ਼ੀਜ਼ ਚਾਹੇ ਜੈਨੇਟਿਕ ਹੀ ਕਿਉਂ ਨਾ ਹੋਵੇ, ਆਟੋ ਇਮਿਊਨ ਡਿਜ਼ੀਜ਼ ਹੀ ਕਿਉਂ ਨਾ ਹੋਵੇ, ਇਮਿਊਨ ਸਿਸਟਮ ਦੇ ਉੱਤੇ ਵੀ ਕੰਮ ਕਰਦੀਆਂ ਨੇ ਹੋਮਿਓਪੈਥਿਕ ਮੈਡੀਸਿਨਸ। ਬਹੁਤ ਸਾਰੀਆਂ ਡਿਜ਼ੀਜ਼ਸ ਨੇ ਜਿਹੜੀਆਂ ਆਟੋ ਇਮਿਊਨ ਡਿਸਆਰਡਰਸ ਨੇ, ਜਿਹੜੀਆਂ ਕਿ ਜਿਨ੍ਹਾਂ ਦਾ ਇਲਾਜ ਨਹੀਂ ਹੈ ਦੁਨੀਆ ਦੇ ਵਿੱਚ ਕੋਈ। ਆਟੋ ਇਮਿਊਨ ਡਿਸਆਰਡਰਸ ਨੂੰ ਠੀਕ ਵੀ ਹੋਮਿਓਪੈਥਿਕ ਹੀ ਕਰ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਹਰ ਡਿਜ਼ੀਜ਼ ਨੂੰ ਅਸੀਂ ਪੱਕਾ ਹੀ ਠੀਕ ਕਰ ਸਕਦੇ ਹਾਂ, ਬਟ ਵੀ ਕੈਨ ਟਰਾਈ ਆਵਰ ਬੈਸਟ। ਅਸੀਂ ਉਹਨੂੰ ਹਰ ਹਾਲਤ ਦੇ ਵਿੱਚ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਜ਼ਿਆਦਾਤਰ ਕੇਸਿਸ ਠੀਕ ਹੀ ਹੋ ਜਾਂਦੇ ਨੇ, ਪੂਰੀ ਤਰ੍ਹਾਂ ਠੀਕ ਹੋ ਜਾਂਦੇ ਨੇ। ਮੇਰੇ ਕੋਲ ਜਿੰਨੇ ਵੀ ਕੇਸਿਸ, ਮੈਂ ਕਾਫੀ ਦੇਰ ਤੋਂ ਇਹਨਾਂ ਦੇ ਇਹ ਕੇਸਿਸ ਠੀਕ ਕਰ ਰਹੇ ਹਾਂ। ਮੇਰੇ ਕੋਲ ਵੀਟ ਐਲਰਜੀ ਦੇ ਕੇਸ ਬਹੁਤ ਦੇਰ ਤੋਂ ਆ ਰਹੇ ਨੇ, ਆਪਣੇ ਏਰੀਏ ਚੋਂ ਵੀ, ਈਵਨ ਕਿ यूपी, ਬਿਹਾਰ, ਹਰਿਆਣਾ, ਰਾਜਸਥਾਨ, ਇਹਨਾਂ ਸਟੇਟਸ ਤੋਂ ਵੀ ਨੇ। ਆਊਟ ਆਫ ਇੰਡੀਆ ਚੋਂ ਵੀ ਮੇਰੇ ਕੋਲ ਬਹੁਤ ਪੇਸ਼ੈਂਟਸ ਨੇ, ਜਿਵੇਂ USA, ਕੈਨੇਡਾ, ਰਸ਼ੀਆ, ਜਰਮਨੀ, ਤਾਇਵਾਨ ਵਗੈਰਾ, ਆਸਟ੍ਰੇਲੀਆ, ਇਹਨਾਂ ਕੰਟਰੀਜ਼ ਤੋਂ ਵੀ ਮੇਰੇ ਕੋਲ ਪੇਸ਼ੈਂਟ ਬਹੁਤ ਨੇ। ਮੈਂ ਇਹਨਾਂ ਪੇਸ਼ੈਂਟ ਜਿਹੜੇ ਦੂਰ ਦੇ ਪੇਸ਼ੈਂਟ ਹੁੰਦੇ ਨੇ, ਇਹਨਾਂ ਦੀ ਅਸੀਂ ਆਨਲਾਈਨ ਕੇਸ ਚੈਕਿੰਗ ਕਰ ਲੈਂਦੇ ਹਾਂ ਸਾਰੀ।
ਮਤਲਬ ਇਹ ਚੀਜ਼ ਦੱਸਣ ਦਾ ਮੇਰਾ ਮਕਸਦ ਇਹ ਹੈ ਕਿ ਅੰਨੇ ਪੇਸ਼ੈਂਟਸ ਨੇ ਜਿਨ੍ਹਾਂ ਦੇ ਵਿੱਚੋਂ ਕਿ ਬਹੁਤ ਹੱਦ ਤੱਕ 90% ਕੇਸਿਸ ਆ ਜਿਹੜੇ ਉਹ ਮੇਰੇ ਠੀਕ ਹੁੰਦੇ ਨੇ। ਲਗਭਗ ਸਾਲ ਡੇਢ ਸਾਲ ਲੱਗਦਾ ਟ੍ਰੀਟਮੈਂਟ ਹੋਣ ਨੂੰ। ਇਹ ਅਸੀਂ ਕੋਈ ਜਾਦੂ ਨਹੀਂ ਕਰਦੇ ਵੀ ਟ੍ਰੀਟਮੈਂਟ ਬਹੁਤ ਜਲਦੀ ਹੋ ਜਾਣਾ। ਸਾਨੂੰ ਬਹੁਤ ਪ੍ਰੀਕਾਸ਼ਨਸ ਪੇਸ਼ੈਂਟ ਨੂੰ ਦੱਸਣੀਆਂ ਪੈਂਦੀਆਂ, ਸਾਨੂੰ ਕੇਅਰਫੁਲੀ ਟ੍ਰੀਟਮੈਂਟ ਕਰਨਾ ਪੈਂਦਾ ਹੈ। ਡਿਊਰਿੰਗ ਟ੍ਰੀਟਮੈਂਟ ਮੈਂ 2-3 ਮਹੀਨਿਆਂ ਬਾਅਦ ਵੀਟ ਸਟਾਰਟ ਵੀ ਕਰਵਾ ਦਿੰਦਾ, ਪੇਸ਼ੈਂਟ ਦੀ ਕਨੈਕਟ ਸਟਾਰਟ ਵੀ ਕਰਵਾ ਦਿੰਦਾ, ਲੇਕਿਨ ਬਹੁਤ ਮਿਨੀਮਲ ਡੋਜ਼ ਦੇ ਨਾਲ ਸਟਾਰਟ ਕਰਵਾਉਂਦੇ ਆ। ਔਰ ਜਦ ਸਟਾਰਟ ਕਰਵਾਉਂਦੇ ਆ ਤਾਂ ਉਹਨੂੰ ਪੂਰੀ ਤਰ੍ਹਾਂ ਕੇਅਰਫੁਲੀ ਵਾਚ ਕਰਦੇ ਆ ਅਸੀਂ ਪੇਸ਼ੈਂਟਸ ਨੂੰ। ਉਹਦੇ ਟੈਸਟ ਵੀ ਰੈਗੂਲਰ ਕਰਵਾਉਂਦੇ ਆ। ਫਿਰ ਸਪੈਸ਼ਲੀ ਉਦੋਂ ਜਦੋਂ ਵੀਟ ਸ਼ੁਰੂ ਕਰਵਾ ਦਿੰਦੇ ਆ ਫਿਰ ਟੈਸਟ ਅਸੀਂ ਜ਼ਰੂਰ ਕਰਵਾਉਂਦੇ ਆ ਬਾਰ-ਬਾਰ, ਤਾਂ ਕਿ ਕੋਈ ਕਿਸੇ ਕਿਸਮ ਦਾ ਰਿਸਕ ਨਾ ਹੋਵੇ ਪੇਸ਼ੈਂਟ ਨੂੰ। ਅਸੀਂ ਮਿਕੋਜ਼ਾ ਵੀ ਬਾਰ-ਬਾਰ ਉਹਦੀ ਐਂਡੋਸਕੋਪੀ ਕਰਵਾ ਕੇ ਮਿਕੋਜ਼ਾ ਵੀ ਚੈੱਕ ਕਰਦੇ ਆ। TTG ਇਨਵੈਸਟੀਗੇਸ਼ਨਸ ਵੀ ਟੈਸਟ, ਬਲੱਡ ਟੈਸਟ ਵੀ ਹੁੰਦੇ ਨੇ। ਤਾਂ ਵਿਟਾਮਿਨ ਡੀ, ਕੈਲਸ਼ੀਅਮ ਲੈਵਲ, ਹਾਰਟ ਦੇ ਟੈਸਟ, ਕਿਡਨੀਜ਼ ਦੇ ਟੈਸਟ, ਇਹ ਸਾਰੇ ਟੈਸਟ ਅਸੀਂ ਰੈਗੂਲਰਲੀ ਕਰਵਾਉਂਦੇ ਰਹਿੰਦੇ ਆ, ਤਾਂ ਕਿ ਪੇਸ਼ੈਂਟ ਦੀ ਕੰਡੀਸ਼ਨ ਹੈ ਇੰਟਰਨਲ ਐਕਸਟਰਨਲ ਦੇ ਨਾਲ ਇੰਟਰਨਲ ਵੀ ਸਾਨੂੰ ਪਤਾ ਲੱਗਦੀ ਰਹੇ, ਤਾਂ ਕਿ ਕਿਸੇ ਚੀਜ਼ ਦਾ ਨਾਲ ਰਿਸਕ ਨਾ ਲਿੱਤਾ ਜਾ ਸਕੇ। ਲੇਕਿਨ ਬਹੁਤ ਅੱਛਾ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਵੀ ਪੇਸ਼ੈਂਟ ਬਹੁਤ ਵਧੀਆ ਰਿਸਪੌਂਡ ਕਰਦੇ ਨੇ। ਉਹ ਜਦ ਕਣਕ 3 ਮਹੀਨਿਆਂ ਬਾਅਦ ਹੌਲੀ ਸਟਾਰਟ ਕਰਦੇ ਨੇ ਤਾਂ ਜ਼ਿਆਦਾਤਰ ਪੇਸ਼ੈਂਟਸ ਨੂੰ ਕਣਕ ਹਜਮ ਹੋਣੀ ਸ਼ੁਰੂ ਹੁੰਦੀ ਹੈ। ਕੋਈ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਆਉਂਦੀ। ਜੇ ਥੋੜੀ ਬਹੁਤ ਕੰਪਲੇਂਟ ਆਉਂਦੀ ਵੀ ਹੈ ਤਾਂ ਸਾਡੀ ਮੈਡੀਸਨ ਉਹਦੇ ਮੁਤਾਬਿਕ ਥੋੜੀ ਬਹੁਤ ਚੇਂਜ ਹੋ ਜਾਂਦੀ ਹੈ। ਤਾਂ ਮੈਡੀਸਨ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਕਨਸਟੀਟਿਊਸ਼ਨ ਦੇਖਣੀ ਜ਼ਰੂਰੀ ਹੈ, ਇਨਸਾਨ ਦੀ ਪਰਸਨਲ ਹਿਸਟਰੀ ਦੇਖਣੀ ਜ਼ਰੂਰੀ ਹੈ। ਤਾਂ ਸਾਡੇ ਕੋਲ ਕੋਈ ਸਿਲੈਕਟਡ ਮੈਡੀਸਨ ਨਹੀਂ ਹੈ ਵੀ ਉਸੇ ਬਾਅਦ ਕਣਕ ਦੇ ਐਲਰਜੀ ਵਾਸਤੇ ਇਹੀ ਮੈਡੀਸਨ ਦੇਣੀ ਹੈ। ਨੰਬਰ ਆਫ ਮੈਡੀਸਿਨਸ ਨੇ, ਨੰਬਰ ਆਫ ਪੇਸ਼ੈਂਟਸ ਵਾਸਤੇ ਨੰਬਰ ਆਫ ਮੈਡੀਸਿਨਸ ਨੇ। ਕਿਸੇ ਵੀ ਪੇਸ਼ੈਂਟ ਦੀ ਇੱਕ ਦਵਾਈ ਦੂਸਰੇ ਪੇਸ਼ੈਂਟ ਨੂੰ ਨਹੀਂ ਕੰਮ ਕਰ ਸਕਦੀ ਕਦੇ ਵੀ। ਦਵਾਈ ਹਰ ਇੱਕ ਦੀ ਅਲੱਗ-ਅਲੱਗ ਹੀ ਹੁੰਦੀ ਹੈ। ਉਹ ਇਸ ਤਰ੍ਹਾਂ ਇਲਾਜ ਹੋਣ ਦਾ ਸਮਾਂ ਵੀ ਹੈ ਜਿਹੜਾ ਉਹ ਵੀ ਅਲੱਗ-ਅਲੱਗ ਹੁੰਦਾ। ਕੋਈ ਪੇਸ਼ੈਂਟ ਹੈ ਜਿਹੜਾ ਸਾਲ ਦੇ ਵਿੱਚ ਠੀਕ ਹੋ ਜਾਂਦਾ, ਕੋਈ 6 ਮਹੀਨੇ 'ਚ ਠੀਕ ਹੋ ਜਾਂਦਾ, ਕੋਈ 1.5 ਸਾਲ 'ਚ ਠੀਕ ਹੋ ਜਾਂਦਾ, ਕੋਈ 2 ਸਾਲ 'ਚ ਠੀਕ ਹੋ ਜਾਂਦਾ। ਸੋ ਥੀਸ ਆਲ ਥਿੰਗਸ ਆਰ ਵੇਰੀਏਬਲ। ਤਾਂ ਮੈਡੀਕਲ ਲਾਈਨ ਹੀ, ਮੈਂ ਤਾਂ ਇਹੀ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਕਿ ਮੈਡੀਕਲ ਲਾਈਨ ਦੇ ਵਿੱਚ ਕਦੇ ਵੀ ਕੋਈ ਫਿਕਸਡ ਨਾ ਤੁਸੀਂ ਮੰਨੋ, ਚਾਹੇ ਉਹ ਐਲੋਪੈਥੀ ਹੈ ਚਾਹੇ ਹੋਮਿਓਪੈਥੀ ਹੈ। ਕਦੇ ਕੋਈ ਸ਼ਰਤੀ ਇਲਾਜ ਨਹੀਂ ਹੁੰਦੇ ਕਿਸੇ ਚੀਜ਼ ਦੇ। ਕਦੇ ਕੋਈ ਫਿਕਸ ਨਹੀਂ ਚੀਜ਼ਾਂ ਹੁੰਦੀਆਂ ਵੀ ਆ 6 ਮਹੀਨੇ 'ਚ ਜੇ ਫਲਾਣਾ ਪੇਸ਼ੈਂਟ ਠੀਕ ਹੋਇਆ ਤਾਂ 6 ਮਹੀਨੇ 'ਚ ਦੂਜਾ ਵੀ ਠੀਕ ਹੋ ਜਾਊਗਾ। ਨੈਵਰ, ਇਹ ਕਦੇ ਵੀ ਨਹੀਂ ਹੁੰਦਾ। ਮੈਡੀਕਲੀ ਇਹੀ ਚੀਜ਼ ਹੈ ਵੀ ਹਰ ਇੱਕ ਡਾਕਟਰ ਹਰ ਇੱਕ ਮਰੀਜ਼ ਦੇ ਉੱਤੇ ਆਪਣਾ ਅਲੱਗ ਕੋਸ਼ਿਸ਼ ਕਰਦਾ ਹੈ, ਅਲੱਗ ਮਿਹਨਤ ਕਰਦਾ ਹੈ ਉਹਨੂੰ ਠੀਕ ਕਰਨ ਦੀ। ਤਾਂ ਹਰ ਇੱਕ ਦਾ ਆਪਣੀ ਕੰਪਲਿਕੇਸ਼ਨਸ ਨੇ, ਆਪਣੀਆਂ ਰੁਕਾਵਟਾਂ ਨੇ ਠੀਕ ਹੋਣ ਦੇ ਵਿੱਚ। थैंक यू डॉक्टर साहब। डॉक्टर साहब ने बहुत अच्छी जानकारी दी। और मैं एक रिक्वेस्ट करता व्यूअर्स ਨੂੰ, इन केस ਤੁਸੀਂ ਜਾਂ ਤੁਹਾਡੇ ਅਰਾਊਂਡ ਕੋਈ ਬੰਦਾ ਪੀੜਿਤ ਹੈ ਇਸ ਬਿਮਾਰੀ ਤੋਂ, ਤਾਂ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ ਜਾ ਸਕਦਾ ਹੈ। ਇਹਨਾਂ ਦਾ ਜੋ ਨੰਬਰ ਹੈ, ਇਹਨਾਂ ਦਾ ਨੰਬਰ ਇਹਨਾਂ ਦੇ ਨਾਮ ਦੇ ਨਾਲ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਹੈ। ਔਰ ਇੱਕ ਹੋਰ ਮੈਂ ਰਿਕੁਐਸਟ ਕਰੂੰਗਾ ਕਿ ਅਗਰ ਇਹ ਜਾਣਕਾਰੀ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਅੱਗੇ ਇਹਨੂੰ ਫੈਲਾਓ, ਇਹਨੂੰ ਸ਼ੇਅਰ ਕਰੋ ਔਰ ਸਾਡੇ ਚੈਨਲ ਰੀਸੈਂਟ ਟਾਈਮ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।